घर वाहिगुरू जी मेरे ना जो मैं छोटा जिहा हुंदा सीगा मम्मा की डैथ हो गई 2009 ਦੇ ਵਿੱਚ ਤੇ मैं 6 ਸਾਲਾਂ ਦਾ ਸੀ। ਉਸ ਤੋਂ ਬਾਅਦ ਫਿਰ ਪਾਪਾ ਦੀ ਵੀ ਡੈਥ ਹੋ ਗਈ ਤੇ ਉਹਦਾ ਕਰਕੇ मैं ਫਿਰ ਦਰਬਾਰ ਸਾਹਿਬ ਆ ਗਿਆ ਸੀਗਾ ਜੀ। ਤੇ ਹੋਰ ਬਾਕੀ ਕੋਈ ਮੈਂਬਰ, ਕੋਈ ਦਾਦਾ ਦਾਦੀ, ਕੋਈ ਚਾਚੇ? ਜਿਹੜੇ ਦਾਦਾ ਦਾਦੀ ਸੀਗੇ ਉਹ ਪਹਿਲਾਂ ਹੀ ਡੈਥ ਹੋ ਗਈ ਸੀਗੀ ਜੀ। ਤੇ ਉਹਦਾ ਕਰਕੇ ਮੁੜ ਕੇ ਫਿਰ ਕੋਈ ਸੰਭਾਲਣ ਵਾਲਾ ਹੈ ਨਹੀਂ ਸੀਗਾ। ਮਾਤਾ ਸੀਗੇ ਦੂਸਰੇ, ਉਹ ਤੰਗ ਪਰੇਸ਼ਾਨ ਕਰਦੇ ਸੀ, ਉਹਦਾ ਕਰਕੇ ਫਿਰ ਆ ਗਿਆ ਸੀਗਾ ਜੀ ਮੈਂ। ਉਮਰ ਕਿੰਨੀ ਹੈ ਤੁਹਾਡੀ? ਉਮਰ ਮੇਰੀ ਹੈਗੀ 18 ਸਾਲ ਦੀ ਹੈ ਜੀ। 6 ਸਾਲਾਂ ਦੇ ਮੈਂ 7ਵੇਂ ਸਾਲ ਦੇ ਵਿੱਚ ਸ਼ਾਇਦ ਮੇਰੇ ਪਾਪਾ ਦੀ ਵੀ ਸਾਰੇ ਮਤਲਬ ਕਿ ਮੰਮੀ ਡੈਡੀ ਤੋਂ ਮੈਂ ਜਿਹੜਾ ਹੈ ਕਿ ਪਿਆਰ ਨਹੀਂ ਮਿਲਿਆ। ਮੈਂ ਕਦੇ ਤੇ ਅੱਜ ਤੱਕ ਵੈਸੇ ਅਫਸੋਸ ਨਹੀਂ ਹੋਇਆ, ਕਿਉਂਕਿ ਮੈਨੂੰ ਤਾਂ ਨਹੀਂ ਹੋਇਆ ਕਿਉਂਕਿ ਮੈਂ ਗੁਰੂ ਦੇ ਲੜ ਲੱਗਿਆ ਸੀਗਾ। ਗੁਰੂ ਦੇ ਲੜ ਲੱਗਿਆ ਹੋਇਆ ਮੈਂ ਕਦੇ ਵੀ ਮੇਰਾ ਮਨ ਜਦੋਂ ਡੋਲਿਆ ਨਾ ਕਿ ਹਾਂ ਵੀ ਮੇਰੇ ਮੰਮੀ ਡੈਡੀ ਨਹੀਂ ਹੈਗੇ, ਮੈਂ ਇੱਕੋ ਹੀ ਗੱਲ ਸੋਚੀ, ਮੈਂ ਕਿਹਾ ਯਾਰ ਗੁਰੂ ਰਾਮਦਾਸ ਜੀ ਸੀਗੇ ਨਾ, ਗੁਰੂ ਰਾਮਦਾਸ ਜੀ ਭੁੰਮਣੀਆਂ ਵੇਚਦੇ ਹੁੰਦੇ ਸੀਗੇ ਤੇ ਜਦੋਂ ਉਹ ਭੁੰਮਣੀਆਂ ਵੇਚਦੇ ਤੇ ਉਹਨਾਂ ਦੀ ਜਿਹੜੀ ਹੈਗੀ ਭੁੰਮਣੀਆਂ ਵੇਚ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਹੈ ਨਾ ਉਹ ਕੀਤੀ, ਨਾਨੀ ਕੋਲੇ ਰਹੇ ਤੇ ਉਹਨਾਂ ਦੇ ਵੀ ਮਾਂ ਪਿਓ ਨਹੀਂ ਸੀਗੇ, ਉਹਨਾਂ ਨੂੰ ਧੱਕੇ ਮਾਰ ਕੇ ਕੱਢਿਆ ਹੈ ਨਾ। ਤੇ ਅੱਜ ਵੇਖੋ ਸਾਰੀ ਦੁਨੀਆ ਨੂੰ, ਉਹ ਸ੍ਰਿਸ਼ਟੀ ਨੂੰ ਸਾਰੀ ਨੂੰ ਸਾਂਭ ਰਹੇ ਆ। ਉਹ ਆਪਾਂ ਨੂੰ ਜਿਹੜੀ ਹੈ ਕਿ ਆਪਣੀ ਕਿਰਤ ਕਰਕੇ ਸ਼ੁਕਰਾਨਾ ਕਰਨਾ ਚਾਹੀਦਾ ਕਿ ਗੁਰੂ ਸਾਹਿਬ ਜੀ ਤੁਸੀਂ ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖਿਆ ਆ। ਕਿ ਲੋਕੀ ਨਾ ਹੁੰਦੇ ਆ ਕਿ ਹਾਂ ਵੀ ਮੈਂ ਅਬ ਚਰਨ ਭਾਲਦੇ ਆ ਤੇ ਮੈਨੂੰ ਤਾਂ ਤੁਸੀਂ ਆਪਣੇ ਗੁਰਦੀ ਦੇ ਵਿੱਚ ਬਿਠਾ ਕੇ ਰੱਖਿਆ ਆ। ਮੈਂ ਨਾ ਜੀ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਸੀਗੀ। ਉਦੋਂ ਬਰਗਾੜੀ ਦੇ ਵਿੱਚ ਬੇਅਦਬੀ ਹੋਈ, ਮੇਰਾ ਨਾ ਮਨ ਬੜਾ ਅਫਸੋਸ ਹੋਇਆ ਕਿ ਯਾਰ ਵੀ ਇਹ ਸਾਡੇ ਗੁਰੂ ਸਾਹਿਬ ਜੀ ਦੀ ਬੇਅਦਬੀ ਹੋ ਗਈ। ਮੈਂ ਕਿਹਾ ਵੀ ਮੈਂ ਨਿੱਕਾ ਜਿਹਾ ਹੁੰਦਾ ਸੀਗਾ, ਮੈਂ ਨਾ ਚੋਰੀਆਂ ਹੀ ਅੰਮ੍ਰਿਤ ਛਕਿਆ ਸੀਗਾ। ਮੈਂ ਅੰਮ੍ਰਿਤ ਛਕਿਆ ਤੇ ਮੈਨੂੰ ਕਹਿੰਦੇ ਕਿ ਤੂੰ ਅੰਮ੍ਰਿਤ ਕਿਉਂ ਛਕਿਆ, ਤੇਰੇ ਤੋਂ ਰੱਖਿਆ ਨਹੀਂ ਕਿਹਨੇ ਕਿਹਾ? ਮੈਨੂੰ ਜਿਹੜੇ ਮੇਰੇ ਕੀ ਚਾਚੇ ਤਾਏ ਸੀਗੇ, ਕਹਿੰਦੇ ਤੇਰੇ ਤੋਂ ਰੱਖਿਆ ਨਹੀਂ ਜਾਣਾ, ਰਹਿਤ ਇੰਨੀ ਹੁੰਦੀ ਹੈ। ਮੈਂ ਕਿਹਾ ਜੀ ਮੈਂ ਕਿਹਾ ਰਹਿਤ ਮੈਂ ਨਹੀਂ ਰੱਖਣੀ, ਮੇਰੇ ਗੁਰੂ ਨੇ ਰੱਖਣੀ ਹੈ ਰਹਿਤ। ਮੈਂ ਕਿਹਾ ਰਹਿਤ ਨੂੰ ਆਪਾਂ ਨਹੀਂ ਰੱਖ ਰਹੇ, ਗੁਰੂ ਆਪਾਂ ਨੂੰ ਆਪਣੀ ਰਹਿਤ ਨੂੰ ਰੱਖ ਰਿਹਾ ਆ। ਫਿਰ ਉਸ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਆਇਆ ਜੀ 2020 ਦੇ ਵਿੱਚ ਜਿਹੜਾ ਮੋਰਚਾ ਲੱਗਿਆ 328 ਸਰੂਪਾਂ ਦਾ ਜੀ, ਅਤੇ ਉੱਥੇ ਜਿਹੜੇ ਸਾਰੇ ਸਿੰਘਾਂ ਦੇ ਮੋਰਚੇ ਦੇ ਵਿੱਚ ਬੈਠੇ ਸੀ, ਜਦੋਂ ਸਿੰਘਾਂ ਨੂੰ ਉਠਾਇਆ ਗਿਆ ਨਾਲ ਸਿੰਘਾਂ ਦੇ ਸੱਟਾਂ ਵੀ ਲੱਗੀਆਂ ਜੀ। ਅਤੇ ਉਹ ਵੀਡੀਓ ਦੇ ਵਿੱਚ ਵੀ ਸਾਰਿਆਂ ਨੇ ਦੇਖਿਆ ਹੀ ਹੋਣਾ, ਜਿਹੜੇ ਭਚੰਗੀ ਸਿੰਘ ਜ਼ਖਮੀ ਹੋਏ ਸੀ ਉਹ ਦਾਸ ਹੀ ਸੀਗੇ ਜੀ। ਸੀ ਕਿ ਵੀ ਅਜੇ ਵੀ ਤੁਹਾਡਾ ਜਿਹੜਾ ਆ ਉਹ ਸਰੀਰ ਚੰਗੀ ਤਰ੍ਹਾਂ ਕੰਮ? ਹਾਂਜੀ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ, ਕਿਉਂਕਿ ਲੱਕ ਦੇ ਵਿੱਚ ਵੀ ਕਾਫੀ ਜ਼ਿਆਦਾ ਦਰਦ ਰਹਿੰਦੀ ਹੈ। ਡਿਸਕ ਦੀ ਥੋੜ੍ਹੀ ਪ੍ਰੋਬਲਮ ਹੋ ਗਈ ਸੀਗੀ ਆ ਪਿੱਛੇ ਜੇ, ਅਤੇ ਚਲੋ ਮੈਡੀਸਿਨ ਲੈ ਕੇ ਥੋੜ੍ਹਾ ਮੋਟਾ ਚਲੋ ਹੋ ਜਾਂਦਾ ਆ, ਫਿਰ ਦਰਦ ਕਰਨ ਲੱਗ ਜਾਂਦਾ, ਫਿਰ ਮੈਡੀਸਿਨ ਲੈ ਲਈਦੀ ਹੈ ਜੀ। ਪੜ੍ਹਾਈ ਮੈਂ 8ਵੀਂ 'ਚੋਂ ਹਟ ਗਿਆ ਸੀਗਾ ਜੀ, ਕਿਉਂਕਿ ਉਹ ਤੁਹਾਨੂੰ ਦੱਸਿਆ ਕਿ ਮਾਤਾ ਪਿਤਾ ਜੀ ਨਹੀਂ ਸੀਗੇ, ਉਹਦਾ ਕਰਕੇ ਛੱਡਤੀ ਸੀਗੀ ਪੜ੍ਹਾਈ ਜੀ। ਹੁਣ ਗਾਂ ਫਿਰ 10ਵੀਂ ਕਰੋਗੇ? ਹਾਂਜੀ 10ਵੀਂ ਕਰਾਂਗੇ ਜੀ। ਅਤੇ ਉਹਨਾਂ ਨੇ ਜਦੋਂ ਪੁੱਛਿਆ ਕਿ ਕੰਮ ਕਰ ਵੀ ਕਾਕਾ ਕੋਈ ਕੰਮ ਕਰ ਵੀ ਨਾ, ਤਾਂ ਕਹਿੰਦੇ ਕੋਈ ਜ਼ਿੰਦਗੀ ਨਹੀਂ ਆ। ਮੈਂ ਕਿਹਾ ਭਾਈ ਸਾਹਿਬ ਜੀ ਮੈਂ ਕੰਮ ਕਾਰ ਕਰਨਾ, ਮੈਂ ਮਿਹਨਤ ਕਰਨ ਦੇ ਵਿੱਚ ਯਕੀਨ ਰੱਖਦਾ, ਕਿਉਂਕਿ ਮੈਂ ਉਹਨਾਂ ਨੂੰ ਮੈਂ ਕਿਹਾ ਮੈਨੂੰ ਬੁਖਾਰ ਬਹੁਤ ਜ਼ਿਆਦਾ ਚੜ੍ਹਿਆ ਹੋਇਆ ਸੀ ਉਦੋਂ, 102 ਬੁਖਾਰ ਸੀਗਾ ਮੈਨੂੰ ਜਦੋਂ ਭਾਈ ਸਾਹਿਬ ਜੀ ਨੇ ਚੈੱਕ ਕਰਾਇਆ 102 ਬੁਖਾਰ। ਅਤੇ ਭਾਈ ਸਾਹਿਬ ਜੀ ਨੇ ਪਹਿਲਾਂ ਦਵਾਈ ਦਵਾ ਕੇ ਉਹਨਾਂ ਨੇ ਪੁੱਛਿਆ ਕਿ ਕੰਮ ਕਰ ਕੀ ਕਰਨਾ ਚਾਹੁੰਦਾ। 3-4 ਉਹਨਾਂ ਨੇ ਮੈਨੂੰ ਦਿੱਤੀਆਂ ਕਿ 2-3 ਆਪਸ਼ਨਾਂ ਦੇ ਵਿੱਚੋਂ ਮੈਂ ਭਾਈ ਸਾਹਿਬ ਜੀ ਨੂੰ ਕਿਹਾ, ਮੈਂ ਆਪ ਹੀ ਕਿਹਾ ਕਿ ਮੈਂ ਭਾਈ ਸਾਹਿਬ ਜੀ ਮੈਨੂੰ ਚਾਹ ਦੀ ਰੇਹੜੀ ਲਾ ਦਿਓ, ਜੇ ਮੈਂ ਜਾ ਕੇ ਪੈਸੇ ਮੰਗੂਗਾ ਉਹ ਚਲੋ ਮੇਰੇ ਸਾਹਮਣੇ ਨਹੀਂ ਕਹੂਗਾ, ਉਹ ਕਿਸੇ ਦੇ ਸਾਹਮਣੇ ਕਹੂਗਾ ਉਹ ਵੇਖ ਲਓ ਯਾਰ ਸਰਦਾਰ ਪੈਸੇ ਮੰਗ ਰਿਹਾ ਆ ਕਿ ਤੂੰ, ਉਹਨਾਂ ਨੇ ਕਹਿਣਾ ਕਿ ਯਾਰ ਸਰਦਾਰ ਪੈਸੇ ਮੰਗਦੇ ਹੈਗੇ। ਗੁਰੂ ਸਾਹਿਬ ਕਿਰਪਾ ਕਰ ਦਿੰਦੇ ਆ ਕਿ ਥੋੜ੍ਹੇ ਦਿਨਾਂ ਬਾਅਦ, ਵੈਸੇ ਆ ਥੋੜ੍ਹੇ ਚਲੋ ਕਹਿਣਾ ਨਹੀਂ ਚਾਹੀਦਾ, ਮੈਂ ਥੋੜ੍ਹੇ ਦਿਨ ਹੋ ਗਏ ਦੁੱਧ ਵੀ ਸੀਗਾ ਜੀ ਕਿਰਤ ਕਮਾਈ ਦੇ ਵਿੱਚ, ਦੁੱਧ ਦਾ ਜਿਹੜਾ ਆਇਆ ਸੀਗਾ ਉਹ ਲੰਗਰ ਵੀ ਲਾਇਆ ਸੀਗਾ ਜੀ। ਅਤੇ ਉਸ ਤੋਂ ਬਾਅਦ ਨਾ ਮੈਂ ਇਹਨੂੰ ਉਦੋਂ ਥੋੜ੍ਹਾ ਬਹੁਤਾ ਪੁੱਛਿਆ, ਮੈਂ ਕਿਹਾ ਕੰਮ ਕਰ ਕੀ ਕਰਦਾ ਵਾਂ? ਇਹ ਮੈਨੂੰ ਕਹਿੰਦਾ ਕਿ ਬਾਬਾ ਜੀ ਕੰਮ ਨਹੀਂ ਮੈਂ ਕੋਈ ਕਰਦਾ, ਇੱਦਾਂ ਹੀ ਆ। ਅਤੇ ਇਹਨੇ ਉਦੋਂ ਹੀ ਨਾਲ ਹੀ ਮੈਨੂੰ ਇਹ ਵੀ ਦੱਸਿਆ ਕਿ ਮੇਰੇ ਮਾਤਾ ਪਿਤਾ ਨਹੀਂ ਹੈਗੇ, ਮੈਂ ਮੁਕਤਸਰ ਸਾਹਿਬ ਤੋਂ ਹਾਂ। ਉਸ ਤੋਂ ਬਾਅਦ ਦੇ ਵਿੱਚ ਫਿਰ 10 ਕੁ ਦਿਨ ਬਾਅਦ ਦੇ ਵਿੱਚ ਮੈਂ ਨਾ ਜੋੜੇ ਘਰ ਤੋਂ ਸੇਵਾ ਕਰਕੇ ਬਾਹਰ ਨਿਕਲਿਆ, ਸ਼ਾਮ ਦਾ ਟਾਈਮ ਸੀ ਉਦੋਂ, ਅਤੇ ਪਹਿਲੋਂ ਅੰਮ੍ਰਿਤ ਵੇਲੇ ਮਿਲਿਆ, ਸ਼ਾਮ ਦਾ ਟਾਈਮ ਸੀ। ਅਤੇ ਮੈਂ ਇਹਨੂੰ ਅਚਾਨਕ ਰਾਹ ਦੇ ਵਿੱਚ ਖਲੋਤਾ ਸੀ, ਅਤੇ ਮੈਂ ਕਿਹਾ ਹਾਂ ਸਿੰਘਾ ਕਿੱਦਾਂ ਕਿਰਤ ਸ਼ੁਰੂ ਕੀਤੀ ਕਿ ਨਹੀਂ? ਕਹਿੰਦਾ ਨਹੀਂ ਬਾਬਾ ਜੀ ਅਜੇ ਕਿਰਤ ਨਹੀਂ ਕੀਤੀ ਸ਼ੁਰੂ। ਮਤਲਬ ਪਹਿਲਾਂ ਮੈਂ ਸੋਚਿਆ ਕਿ ਇਹਨੂੰ 500 ਰੁਪਈਆ ਜਾਂ 1000 ਰੁਪਈਆ ਜਾਂ ਕੁਛ ਇਹਨੂੰ ਵਸਤਰ ਲੈ ਦਾਂ, ਠੀਕ ਹੈ। ਅਤੇ ਪਰ ਫਿਰ ਮੈਂ ਸੋਚਿਆ ਕਿ ਜੇ ਮੈਂ ਅੱਜ 500 ਦੀ ਹੈਲਪ ਕੀਤੀ, ਕੱਲ੍ਹ ਕੌਣ ਕਰੂਗਾ, ਪਰਸੋਂ ਕੌਣ ਕਰੇਗਾ? ਇਹ ਚੀਜ਼ ਦੇ ਨਾਲ ਇਹਨੇ ਮੰਗ ਖਾਣਾ ਬਣ ਜਾਣਾ ਵਾ। ਕੋਈ ਵੀ ਬੱਚਾ ਮੰਨ ਲਓ ਕੋਈ ਕਿਰਤ ਨਹੀਂ ਕਰਦਾ, ਉਹਨੂੰ ਆਪਾਂ 500 ਦੇਵਾਂਗੇ, 500 5-6 ਦਿਨ ਚੱਲਣਾ ਵਾ, ਉਸ ਤੋਂ ਬਾਅਦ ਵਿੱਚ ਪੈਸੇ ਖਤਮ ਹੋ ਜਾਣੇ ਅਤੇ ਬੱਚਾ ਕੀ ਕਰੂਗਾ? ਬਾਕੀ ਇਹ ਬੱਚਾ ਚਾਹ ਬਹੁਤ ਵਧੀਆ ਬਣਾਉਂਦਾ ਵਾ। ਮੈਂ ਪੂਰੀ ਸਾਧ ਸੰਗਤ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਬੱਚੇ ਦੇ ਹੌਸਲੇ ਵਾਸਤੇ, ਇਹਦੀ ਹੌਸਲਾ ਅਫਜ਼ਾਈ ਲਈ ਇਹਦੇ ਕੋਲ ਚਾਹ ਜ਼ਰੂਰ ਪੀਓ। ਆਮ ਮਿਡਲ ਕਲਾਸ ਬੰਦਾ ਮੇਰੇ ਵਰਗਾ, ਮਤਲਬ ਆਪਾਂ ਇੱਕ ਗੁਰਸਿੱਖ ਬੱਚੇ ਦੀ ਬਾਂਹ ਫੜ ਲਏ, ਆਪਾਂ ਗੁਰਦੁਆਰੇ ਨੂੰ ਦਾਨ ਦਿੰਦੇ, ਆਪਾਂ ਲੰਗਰਾਂ 'ਤੇ ਜ਼ੋਰ ਲਾ ਦਿੰਦੇ ਆਪਣੇ ਆਪ ਨੂੰ ਪ੍ਰਮੋਟ ਕਰਨ ਦੇ ਲਈ। ਇੰਨੀ ਸਵਾਦ ਚਾਹ ਹੈ ਅਤੇ ਇਹਦੇ ਵਿੱਚ ਨਾਮ ਬਾਣੀ ਵੀ ਪਈ ਹੋਈ ਹੈ, ਇਹ ਤਾਂ ਹੀ ਜ਼ਿਆਦਾ ਸਵਾਦ ਹੈ। ਅੱਜ ਇੱਕ ਸਪੈਸ਼ਲ ਅਸੀਂ ਚਾਹ ਪੀਣ ਲਈ ਆਏ ਹਾਂ, ਜਿਹੜੀ ਮੇਰੇ ਹੱਥ ਦੇ ਵਿੱਚ ਕੁੱਲੜ ਹੈ, ਔਰ ਇਹਦਾ ਟੇਸਟ ਜਿਹੜਾ ਆ ਉਹ ਮੈਨੂੰ ਲੱਗਦਾ ਹੈ ਕਿ ਜਿਵੇਂ ਨਾਮ ਬਾਣੀ ਨੇ ਇਹਦੇ 'ਚ ਇੰਨਾ ਕੁ ਜ਼ਿਆਦਾ ਟੇਸਟ ਪਾ ਦਿੱਤਾ ਹੈ ਵੀ ਬੰਦਾ ਆਨੰਦਮਈ ਹੋ ਜਾਂਦਾ ਹੈ। ਔਰ ਇਹ ਚਾਹ ਬਣਾ ਕੌਣ ਰਿਹਾ ਹੈ?
ਇਹ ਅਸੀਂ ਦਿਖਾ ਰਹੇ ਹਾਂ ਤੁਹਾਨੂੰ। ਇੱਥੇ ਕਿਰਤ ਕਰ ਰਹੇ ਨੇ ਇਹ ਵੀਰ ਜਿਹੜੇ ਇੰਨੀ ਟੇਸਟੀ ਜਿਹੜੀ ਆ ਚਾਹ ਬਣਾ ਰਹੇ ਨੇ। ਸੋ ਚਾਹ ਦਾ ਆਨੰਦ ਵੀ ਲੈਂਦੇ ਆ ਤੇ ਨਾਲ ਦੀ ਨਾਲ ਇਸ ਵੀਰ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਚਾਹ ਬਣਾ ਰਹੇ ਹੋ ਤੇ ਇੰਨੀ ਸਵਾਦ ਚਾਹ ਜਿਹਦੇ 'ਚ ਨਾਮ ਬਾਣੀ ਪਈ ਹੋਈ ਹੈ। ਮੈਂ ਤਾਂ ਇੱਕ ਘੁੱਟ ਭਰ ਕੇ ਜਿਹੜਾ ਮੈਨੂੰ ਲੱਗਿਆ ਕਿ ਇੰਨਾ ਸਵਾਦ, ਨਾਮ ਬਾਣੀ ਦਾ ਇੰਨਾ ਅਸਰ ਹੁੰਦਾ ਹਰ ਚੀਜ਼। ਮੈਂ ਇੱਕੋ ਹੀ ਗੱਲ ਕਹਿਣਾ ਜੀ, ਕਿਉਂਕਿ ਜਿਹੜੇ ਨਾਮ ਬਾਣੀ ਹੈ ਨਾ ਜੀ, ਜਿਹੜੀ ਨਾਮ ਬਾਣੀ ਦੇ ਵਿੱਚ ਜਿਹੜੀ 100 ਕਹਿ ਦਈਏ 100 ਤੋਂ ਵੀ ਉੱਤੇ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਜਿਹੜੀ ਹੈਗੀ ਆ ਇਹਦੇ ਵਿੱਚ ਜਿਹੜਾ ਆ ਪ੍ਰੇਮ, ਜਿਹੜਾ ਪਾਣੀ ਦਾ ਰਸ, ਉਹ ਚੀਜ਼ ਆਉਂਦੀ ਹੈ ਜੀ। ਗੱਲ ਅਸੀਂ ਸ਼ੁਰੂਆਤ ਕਰ ਲਈ ਹੈ, ਇਹ ਵੀਰ ਦੇ ਨਾਲ ਗੱਲ ਕਰ ਰਹੇ ਹਾਂ। ਤੁਹਾਨੂੰ ਮੈਂ ਦੱਸ ਦਿਆਂ ਵੀ ਇਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹ ਚਾਹ ਵਾਲੀ ਜਿਹੜੀ ਆ ਛੋਟੀ ਜਿਹੀ ਰੇਹੜੀ ਇਹਨਾਂ ਨੇ ਲਾਈ ਹੋਈ ਆ, ਜਿੱਥੇ ਜੋੜਾ ਘਰ ਹੈਗਾ ਆ ਮੇਨ ਘੰਟਾ ਘਰ ਵਾਲੇ ਪਾਸੇ। ਛਬੀਲ ਜਿਹੜੀ ਲੱਗਦੀ ਆ ਉਹਦੇ ਬਿਲਕੁਲ ਨਾਲ ਜਦੋਂ ਅਸੀਂ ਲੰਗਰ ਹਾਲ ਨੂੰ ਜਾਣਾ ਹੁੰਦਾ ਤਾਂ ਉਸ ਜਗ੍ਹਾ ਤੇ ਇਸ ਵੀਰ ਦੇ ਵੱਲੋਂ ਇਹ ਚਾਹ ਵਾਲੀ ਰੇਹੜੀ ਲਾਈ ਗਈ ਆ ਤੇ ਵੀਰ ਨੇ ਨਵੀਂ ਸ਼ੁਰੂਆਤ ਕੀਤੀ ਹੈ। ਤਾਂ ਅਸੀਂ ਸਭ ਤੋਂ ਪਹਿਲਾਂ ਤਾਂ ਇਸ ਵੀਰ ਦੇ ਬਾਰੇ ਜਾਣਾਂਗੇ ਕਿ ਇਹ ਵੀਰ ਕਦੋਂ ਤੋਂ ਇੱਥੇ ਰੇਹੜੀ ਲਾ ਰਹੇ ਨੇ ਤੇ ਹੋਰ ਕੀ ਇਹਨਾਂ ਦੇ ਮਨ ਦੇ ਵਿੱਚ ਆਇਆ ਵੀ ਇੰਨੀ ਸਵਾਦ ਜਿਹੜੀ ਨਾਮ ਬਣੀ ਵਾਲੀ ਚਾਹ ਪਿਆ ਰਹੇ ਨੇ। ਸਭ ਤੋਂ ਪਹਿਲਾਂ ਤਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਤਾਂ ਤੁਹਾਨੂੰ ਚਾਹ ਦਾ ਸਵਾਦ ਹੀ ਪੁੱਛਿਆ ਸੀਗਾ, ਗੱਲ ਦੀ ਸ਼ੁਰੂਆਤ ਅਸੀਂ ਹੁਣ ਕਰ ਰਹੇ ਹਾਂ। ਸੋ ਨਾਮ ਤੁਹਾਡਾ ਕੀ ਹੈਗਾ? ਵਾਹਿਗੁਰੂ ਜੀ, ਮੇਰਾ ਨਾਮ ਜਸ਼ਨਦੀਪ ਸਿੰਘ ਆ। ਕਿੱਥੋਂ ਦੇ ਰਹਿਣ ਵਾਲੇ? ਵੈਸੇ ਮੈਂ ਮੁਕਤਸਰ ਸਾਹਿਬ ਤੋਂ ਰਹਿਣ ਵਾਲਾ ਹਾਂ ਜੀ, ਤੇ ਕਾਫੀ ਟਾਈਮ ਤੋਂ ਮੈਂ ਅੰਮ੍ਰਿਤਸਰ ਸਾਹਿਬ ਵੀ ਰਹਿ ਰਿਹਾ ਜੀ। ਅੱਛਾ, ਮੁਕਤਸਰ ਸਾਹਿਬ ਤੋਂ। ਤਾਂ ਤੁਸੀਂ ਇਹ ਕਦੋਂ ਕੁ ਤੋਂ ਆਪਣਾ ਜਿਹੜਾ ਕਾਰੋਬਾਰ ਹੈ ਕਿਰਤ ਸ਼ੁਰੂ ਕੀਤੀ? ਵਾਹਿਗੁਰੂ ਜੀ, ਮੈਨੂੰ ਥੋੜ੍ਹੇ ਦਿਨ ਹੀ ਹੋਏ ਆ ਕਿਰਤ ਸ਼ੁਰੂ ਕੀਤੀ ਨੂੰ। ਭਾਈ ਨਵਜੋਤ ਸਿੰਘ ਜੀ ਮਿਲੇ ਸੀਗੇ ਤੇ ਉਹਨਾਂ ਨੇ ਪਹਿਲਾਂ ਮੋਰਚਿਆਂ ਦੇ ਵਿੱਚ ਜਾਂਦਾ ਸੀਗਾ, ਬੇਦੀ ਦੀ ਦੁਕਾਨ ਹੈ ਜੀ ਬਾਹਰ, ਤੇ ਉੱਥੇ ਉਹ ਮਿਲੇ ਸੀਗੇ ਤੇ ਉਹਨਾਂ ਨੇ ਭਾਈ ਸਾਹਿਬ ਜੀ ਹੋਰੀ ਇੱਦਾਂ ਬੈਠੇ ਹੋਏ ਸੀਗੇ। ਜਦੋਂ ਬੈਠਿਆਂ ਤੇ ਉਹਨਾਂ ਨੇ, ਮੈਂ ਚਲੋ ਬੈਠਿਆਂ ਗੱਲਬਾਤ ਸ਼ੁਰੂ ਹੋ ਗਈ। ਉਹਨਾਂ ਨੇ ਪੁੱਛਿਆ ਕਿ ਵੀ ਕਾਕਾ ਤੂੰ ਰਹਿਣਾ ਕਿੱਥੇ? ਮੈਂ ਕਿਹਾ ਜੀ ਮੈਂ ਦਰਬਾਰ ਸਾਹਿਬ ਹੀ ਰਹਿਣਾ ਆ। ਤੇ ਮੁੜ ਕੇ ਉਹਨਾਂ ਨੇ ਪੁੱਛਿਆ ਕਿ ਕੰਮ ਕਰ ਕੀ ਕਰਦਾ? ਮੈਂ ਦਰਬਾਰ ਸਾਹਿਬ ਰਹਿੰਦੇ ਹੋ ਵੀ ਘਰ? ਵਾਹਿਗੁਰੂ ਜੀ, ਮੇਰੇ ਨਾਲ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀਗਾ, ਮੰਮਾ ਦੀ ਡੈਥ ਹੋ ਗਈ ਸੀ 2009 ਦੇ ਵਿੱਚ, ਤੇ ਮੈਂ 6 ਸਾਲਾਂ ਦਾ ਸੀ। ਉਸ ਤੋਂ ਬਾਅਦ ਫਿਰ ਪਾਪਾ ਦੀ ਵੀ ਡੈਥ ਹੋ ਗਈ ਤੇ ਉਹਦਾ ਕਰਕੇ ਮੈਂ ਫਿਰ ਦਰਬਾਰ ਸਾਹਿਬ ਆ ਗਿਆ ਸੀਗਾ ਜੀ। ਤੇ ਹੋਰ ਬਾਕੀ ਕੋਈ ਮੈਂਬਰ, ਕੋਈ ਦਾਦਾ ਦਾਦੀ, ਕੋਈ ਚਾਚੇ? ਜਿਹੜੇ ਦਾਦਾ ਦਾਦੀ ਸੀਗੇ ਉਹ ਪਹਿਲਾਂ ਹੀ ਡੈਥ ਹੋ ਗਈ ਸੀਗੀ ਜੀ, ਤੇ ਉਹਦਾ ਕਰਕੇ ਮੁੜ ਕੇ ਫਿਰ ਕੋਈ ਸੰਭਾਲਣ ਵਾਲਾ ਹੈ ਨਹੀਂ ਸੀਗਾ। ਮਾਤਾ ਸੀਗੇ ਦੂਸਰੇ, ਉਹ ਤੰਗ ਪਰੇਸ਼ਾਨ ਕਰਦੇ ਸੀ, ਉਹਦਾ ਕਰਕੇ ਫਿਰ ਆ ਗਿਆ ਸੀਗਾ ਜੀ ਮੈਂ। ਉਮਰ ਕਿੰਨੀ ਹੈ ਤੁਹਾਡੀ? ਉਮਰ ਮੇਰੀ ਹੈਗੀ 18 ਸਾਲ ਦੀ ਹੈ ਜੀ। 18 ਸਾਲ ਦੀ ਉਮਰ ਦੇ ਵਿੱਚ, ਯਾਨੀ ਕਿ ਬਹੁਤ ਛੋਟੀ ਉਮਰ ਦੇ ਵਿੱਚ ਪਰਿਵਾਰ ਜਿਹੜਾ ਆ ਉਹ ਇਸ ਦੁਨੀਆ ਤੋਂ ਤਾਂ ਮੇਰਾ ਜੀ ਮਤਲਬ ਕਿ 6 ਸਾਲਾਂ ਦੇ, ਮੈਂ 7ਵੇਂ ਸਾਲ ਦੇ ਵਿੱਚ ਸ਼ਾਇਦ ਮੇਰੇ ਪਾਪਾ ਦੀ ਵੀ ਸਾਰੇ ਮਤਲਬ ਕਿ ਮੰਮੀ ਡੈਡੀ ਤੋਂ ਮੈਂ ਜਿਹੜਾ ਹੈ ਕਿ ਪਿਆਰ ਨਹੀਂ ਮਿਲਿਆ। ਤੇ ਗੁਰੂ ਰਾਮਦਾਸ ਜੀ ਤੋਂ ਮੈਂ ਇੱਕੋ ਹੀ ਗੱਲ ਦੇਖੀ ਹੈ। ਵੈਸੇ ਮੈਂ ਕਦੇ ਤੇ ਅੱਜ ਤੱਕ ਵੈਸੇ ਅਫਸੋਸ ਨਹੀਂ ਹੋਇਆ, ਕਿਉਂਕਿ ਮੈਨੂੰ ਤਾਂ ਨਹੀਂ ਹੋਇਆ ਕਿਉਂਕਿ ਮੈਂ ਗੁਰੂ ਦੇ ਲੜ ਲੱਗਿਆ ਸੀਗਾ। ਗੁਰੂ ਦੇ ਲੜ ਲੱਗਿਆ ਹੋਇਆ ਮੈਂ ਕਦੇ ਵੀ, ਮੇਰਾ ਮਨ ਜਦੋਂ ਡੋਲਿਆ ਨਾ ਕਿ ਹਾਂ ਵੀ ਮੇਰੇ ਮੰਮੀ ਡੈਡੀ ਨਹੀਂ ਹੈਗੇ, ਮੈਂ ਇੱਕੋ ਹੀ ਗੱਲ ਸੋਚੀ, ਮੈਂ ਕਿਹਾ ਯਾਰ ਗੁਰੂ ਰਾਮਦਾਸ ਜੀ ਸੀਗੇ ਨਾ, ਗੁਰੂ ਰਾਮਦਾਸ ਜੀ ਭੁੰਮਣੀਆਂ ਵੇਚਦੇ ਹੁੰਦੇ ਸੀਗੇ, ਤੇ ਜਦੋਂ ਉਹ ਭੁੰਮਣੀਆਂ ਵੇਚਦੇ ਤੇ ਉਹਨਾਂ ਦੀ ਜਿਹੜੀ ਹੈਗੀ ਭੁੰਮਣੀਆਂ ਵੇਚ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਹੈ ਨਾ ਉਹ ਕੀਤੀ, ਨਾਨੀ ਕੋਲੇ ਰਹੇ, ਤੇ ਉਹਨਾਂ ਦੇ ਵੀ ਮਾਂ ਪਿਓ ਨਹੀਂ ਸੀਗੇ, ਉਹਨਾਂ ਨੂੰ ਧੱਕੇ ਮਾਰ ਕੇ ਕੱਢਿਆ ਹੈ ਨਾ। ਤੇ ਅੱਜ ਵੇਖੋ ਸਾਰੀ ਦੁਨੀਆ ਨੂੰ, ਉਹ ਸ੍ਰਿਸ਼ਟੀ ਨੂੰ ਸਾਰੀ ਨੂੰ ਸਾਂਭ ਰਹੇ ਆ ਉਹ। ਅੱਜ ਪਤਾ ਨਹੀਂ ਕਿੰਨੇ ਲੋਕ ਇੱਥੇ ਜਿਹੜੇ ਆ ਰਹਿ ਰਹੇ ਆ, ਖਾਣਾ ਖਾ ਰਹੇ ਆ, ਹੈ ਨਾ ਜੀ। ਤੇ ਮੈਂ ਇਹੋ ਗੱਲ ਸੋਚੀ ਕਿ ਨਹੀਂ ਯਾਰ, ਕਹਿੰਦੇ ਮੈਂ ਕਿਹਾ ਆਪਾਂ ਨੂੰ ਅਫਸੋਸ ਕਰਨ ਦੀ ਨਹੀਂ, ਆਪਾਂ ਨੂੰ ਜਿਹੜੀ ਹੈ ਕਿ ਆਪਣੀ ਕਿਰਤ ਕਰਕੇ ਸ਼ੁਕਰਾਨਾ ਕਰਨਾ ਚਾਹੀਦਾ ਕਿ ਗੁਰੂ ਸਾਹਿਬ ਜੀ ਤੁਸੀਂ ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖਿਆ ਆ। ਕਿ ਲੋਕੀ ਨਾ ਹੁੰਦੇ ਆ ਕਿ ਹਾਂ ਵੀ ਮੈਂ ਚਰਨ ਭਾਲਦੇ ਆ, ਤੇ ਮੈਨੂੰ ਤਾਂ ਤੁਸੀਂ ਆਪਣੀ ਗੁਰਦੀ ਦੇ ਵਿੱਚ ਬਿਠਾ ਕੇ ਰੱਖਿਆ ਆ। ਬਿਲਕੁਲ। ਔਰ ਜਿਹੜੀ ਉਮਰ 'ਚ ਤੁਸੀਂ, ਤੁਹਾਡੇ ਪਰਿਵਾਰ ਜਿਹੜਾ ਉਹ ਚਲੇ ਜਾਂਦਾ ਤਾਂ ਉੱਥੇ ਫਿਰ ਬੜਾ ਔਖਾ ਹੁੰਦਾ ਹੈ ਵੀ ਨੌਜਵਾਨ ਨਸ਼ਿਆਂ 'ਚ ਵੀ ਲੱਗ ਜਾਂਦੇ ਨੇ, ਬਹੁਤ ਉਲਟ ਕੰਮ ਕਰਦੇ ਨੇ, ਪਰ ਤੁਸੀਂ ਜਿਹੜਾ ਆ ਗੁਰੂ ਦੇ ਲੜ ਲੱਗੇ ਹੋਏ। ਮੈਂ ਨਾ ਜੀ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਸੀਗੀ ਜੀ। ਉਦੋਂ ਬਰਗਾੜੀ ਦੇ ਵਿੱਚ ਬੇਅਦਬੀ ਹੋਈ, ਮੇਰਾ ਨਾ ਮਨ ਬੜਾ ਅਫਸੋਸ ਹੋਇਆ ਕਿ ਯਾਰ ਵੀ ਇਹ ਸਾਡੇ ਗੁਰੂ ਸਾਹਿਬ ਜੀ ਦੀ ਬੇਅਦਬੀ ਹੋ ਗਈ। ਮੈਂ ਕਿਹਾ ਵੀ ਮੈਂ ਨਿੱਕਾ ਜਿਹਾ ਹੁੰਦਾ ਸੀਗਾ, ਮੈਂ ਨਾ ਚੋਰੀਓਂ ਹੀ ਅੰਮ੍ਰਿਤ ਛਕਾਇਆ ਸੀਗਾ 2016 ਦੇ ਵਿੱਚ। ਤੁਹਾਡੀ ਉਮਰ ਤਾਂ ਜੀ, ਮੈਂ ਉਦੋਂ ਚੋਰੀਓਂ ਅੰਮ੍ਰਿਤ ਛਕਾਇਆ ਕਿ ਮੈਂ ਛਕਣਾ ਹੈ ਅੰਮ੍ਰਿਤ। ਮੈਂ ਅੰਮ੍ਰਿਤ ਛਕਿਆ ਤੇ ਮੈਨੂੰ ਕਹਿੰਦੇ ਕਿ ਤੂੰ ਅੰਮ੍ਰਿਤ ਕਿਉਂ ਛਕਿਆ, ਤੇਰੇ ਤੋਂ ਰੱਖਿਆ ਨਹੀਂ ਆਣਾ। ਕਿਹਨੇ ਕਿਹਾ? ਮੈਨੂੰ ਜਿਹੜੇ ਮੇਰੇ ਕੀ ਚਾਚੇ ਤਾਏ ਸੀਗੇ, ਕਹਿੰਦੇ ਤੇਰੇ ਤੋਂ ਰੱਖਿਆ ਨਹੀਂ ਜਾਣਾ, ਰਹਿਤ ਇੰਨੀ ਹੁੰਦੀ ਹੈ। ਮੈਂ ਕਿਹਾ ਜੀ, ਮੈਂ ਕਿਹਾ ਰਹਿਤ ਮੈਂ ਨਹੀਂ ਰੱਖਣੀ, ਮੇਰੇ ਗੁਰੂ ਨੇ ਰੱਖਣੀ ਹੈ ਰਹਿਤ। ਮੈਂ ਕਿਹਾ ਰਹਿਤ ਨੂੰ ਆਪਾਂ ਨਹੀਂ ਰੱਖ ਰਹੇ, ਗੁਰੂ ਆਪਾਂ ਨੂੰ ਆਪਣੀ ਰਹਿਤ ਨੂੰ ਰੱਖ ਰਿਹਾ ਆ।
ਤੇ ਕਹਿੰਦੇ ਕਿ ਹਾਂ ਫਿਰ ਕੋਈ ਗੱਲ ਨਹੀਂ। ਫਿਰ ਹੌਲੀ ਹੌਲੀ ਤੇ ਫਿਰ ਇੱਧਰ ਆ ਗਏ ਜੀ। ਫਿਰ ਉਸ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਆਇਆ ਜੀ 2020 ਦੇ ਵਿੱਚ ਜਿਹੜਾ ਮੋਰਚਾ ਲੱਗਿਆ 328 ਸਰੂਪਾਂ ਦਾ ਜੀ, ਤੇ ਉੱਥੇ ਜਿਹੜੇ ਸਾਰੇ ਸਿੰਘਾਂ ਦੇ ਮੋਰਚੇ ਦੇ ਵਿੱਚ ਬੈਠੇ ਸੀ, ਜਦੋਂ ਸਿੰਘਾਂ ਨੂੰ ਉਠਾਇਆ ਗਿਆ ਨਾਲ ਸਿੰਘਾਂ ਦੇ ਸੱਟਾਂ ਵੀ ਲੱਗੀਆਂ ਜੀ। ਤੇ ਉਹ ਵੀਡੀਓ ਦੇ ਵਿੱਚ ਵੀ ਸਾਰਿਆਂ ਨੇ ਦੇਖਿਆ ਹੀ ਹੋਣਾ, ਜਿਹੜਾ ਭਚੰਗੀ ਸਿੰਘ ਜ਼ਖਮੀ ਹੋਏ ਸੀ ਉਹ ਦਾਸ ਹੀ ਸੀਗੇ ਜੀ। ਅੱਛਾ ਜੀ, ਜਦੋਂ 328 ਸਰੂਪਾਂ ਦਾ ਇੱਥੇ ਅੰਮ੍ਰਿਤਸਰ ਦੇ ਵਿੱਚ ਜਦੋਂ ਉਠਾਇਆ ਗਿਆ ਸੀਗਾ, ਉਹਨਾਂ ਨੂੰ ਸੱਟਾਂ ਲਾਈਆਂ ਗਈਆਂ ਸੀ, ਉਦੋਂ ਤੁਹਾਡੇ ਵੀ ਸੱਟ ਲੱਗੀ? ਹਾਂਜੀ, ਉਦੋਂ ਜਿਹੜਾ ਸਭ ਤੋਂ ਛੋਟਾ ਭਚੰਗੀ ਸੀਗਾ ਉਹ ਦਾਸ ਹੀ ਸੀਗਾ ਜੀ। ਤੇ ਦਾਸ ਦੇ ਜਦੋਂ ਲੱਤ ਤੇ ਬਾਂਹ ਫ੍ਰੈਕਚਰ ਹੋਈ ਸੀ ਉਦੋਂ, ਤੇ ਲੱਕ ਦੇ ਵਿੱਚ ਵੀ ਕਾਫੀ ਜ਼ਿਆਦਾ ਮਤਲਬ ਕਿ ਸੱਟਾਂ ਲੱਗੀਆਂ ਸੀਗੀਆਂ ਜੀ। ਹੁਣ ਵੀ ਮੈਨੂੰ ਲੱਗਦਾ ਵੀ ਕਿ ਕੋਈ ਇੱਥੋਂ ਦੱਸ ਰਹੇ ਸੀ ਕਿ ਵੀ ਅਜੇ ਵੀ ਤੁਹਾਡਾ ਜਿਹੜਾ ਆ ਉਹ ਸਰੀਰ ਚੰਗੀ ਤਰ੍ਹਾਂ ਕੰਮ? ਹਾਂਜੀ, ਚੰਗੀ ਤਰ੍ਹਾਂ ਕੰਮ ਨਹੀਂ ਕਰਦਾ, ਕਿਉਂਕਿ ਲੱਕ ਦੇ ਵਿੱਚ ਵੀ ਕਾਫੀ ਜ਼ਿਆਦਾ ਦਰਦ ਰਹਿੰਦੀ ਹੈ। ਡਿਸਕ ਦੀ ਥੋੜ੍ਹੀ ਪ੍ਰੋਬਲਮ ਹੋ ਗਈ ਸੀਗੀ ਆ ਪਿੱਛੇ ਜੇ, ਤੇ ਚਲੋ ਮੈਡੀਸਿਨ ਲੈ ਕੇ ਥੋੜ੍ਹਾ ਮੋਟਾ ਚਲੋ ਹੋ ਜਾਂਦਾ ਆ, ਫਿਰ ਦਰਦ ਕਰਨ ਲੱਗ ਜਾਂਦਾ, ਫਿਰ ਮੈਡੀਸਿਨ ਲੈ ਲਈਦੀ ਹੈ ਜੀ। ਤੇ ਬਾਕੀ ਹੋਰ ਵੀ ਤੁਹਾਨੂੰ ਪਤਾ ਹੈ ਕਿ ਠੰਡ ਆ, ਬਾਕੀ ਸਰੀਰ ਦੇ ਜਿਹੜੀਆਂ ਤੁਹਾਨੂੰ ਪਤਾ ਮੁਸ਼ਕਿਲ ਆ ਜਾਂਦੀ ਹੈ, ਜ਼ਿਆਦਾ ਆ ਜਾਂਦੀ ਹੈਗੀ। ਉਮਰ ਤੁਹਾਡੀ 18 ਸਾਲ ਹੈ, ਪੜ੍ਹਾਈ ਕਿੰਨੀ ਕੀਤੀ ਹੈ? ਪੜ੍ਹਾਈ ਮੈਂ 8ਵੀਂ 'ਚੋਂ ਹਟ ਗਿਆ ਸੀਗਾ ਜੀ, ਕਿਉਂਕਿ ਉਹ ਤੁਹਾਨੂੰ ਦੱਸਿਆ ਕਿ ਮਾਤਾ ਪਿਤਾ ਜੀ ਨਹੀਂ ਸੀਗੇ, ਉਹਦਾ ਕਰਕੇ ਛੱਡਤੀ ਸੀਗੀ ਪੜ੍ਹਾਈ ਜੀ। ਹੁਣ ਗਾਂ ਫਿਰ 10ਵੀਂ ਕਰੋਗੇ? ਹਾਂਜੀ, 10ਵੀਂ ਕਰਾਂਗੇ ਜੀ। ਸੋ ਇਹ ਉਪਰਾਲਾ ਕਿੰਨੇ ਤੁਹਾਡੇ ਲਈ ਸੋਚਿਆ ਵੀ ਉਸ ਤੋਂ ਵੀ ਇਹ ਜਿਹੜਾ ਤੁਹਾਨੂੰ ਇਹ ਕਿਰਤ ਕਰਨੀ ਚਾਹੀਦੀ ਹੈ, ਤੁਹਾਡਾ ਆਪਣਾ ਹੀ ਆਈਡੀਆ? ਹਾਂਜੀ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਭਾਈ ਨਵਜੋਤ ਸਿੰਘ ਜੀ ਸੀਗੇ, ਤੇ ਬੈਦੀ ਦੁਕਾਨ ਤੇ ਮਿਲੇ। ਜਦੋਂ ਉਹ ਮਿਲੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਜੀ ਨੇ ਪੁੱਛਿਆ ਜਦੋਂ ਕਿ ਤੁਸੀਂ ਕੰਮ ਕੀ ਕਰਦੇ ਹੋ, ਮੈਂ ਕਿਹਾ ਭਾਈ ਸਾਹਿਬ ਕੰਮ ਕਰ ਕੁਛ ਨਹੀਂ ਕਰ ਰਿਹਾ ਜੀ ਮੈਂ। ਤੇ ਉਹਨਾਂ ਨੇ ਜਦੋਂ ਪੁੱਛਿਆ ਕਿ ਕੰਮ ਕਰ ਵੀ ਕਾਕਾ ਕੋਈ ਕੰਮ ਕਰ ਵੀ ਨਾ, ਤਾਂ ਕਹਿੰਦੇ ਕੋਈ ਜ਼ਿੰਦਗੀ ਨਹੀਂ ਆ। ਮੈਂ ਕਿਹਾ ਭਾਈ ਸਾਹਿਬ ਜੀ ਮੈਂ ਕੰਮ ਕਾਰ ਕਰਨਾ, ਮੈਂ ਮਿਹਨਤ ਕਰਨ ਦੇ ਵਿੱਚ ਯਕੀਨ ਰੱਖਦਾ, ਕਿਉਂਕਿ ਮੈਂ ਉਹਨਾਂ ਨੂੰ ਮੈਂ ਕਿਹਾ ਮੈਨੂੰ ਬੁਖਾਰ ਬਹੁਤ ਜ਼ਿਆਦਾ ਚੜ੍ਹਿਆ ਹੋਇਆ ਸੀ ਉਦੋਂ, 102 ਬੁਖਾਰ ਸੀਗਾ ਮੈਨੂੰ ਜਦੋਂ ਭਾਈ ਸਾਹਿਬ ਜੀ ਨੇ ਚੈੱਕ ਕਰਾਇਆ, 102 ਬੁਖਾਰ। ਤੇ ਭਾਈ ਸਾਹਿਬ ਜੀ ਨੇ ਪਹਿਲਾਂ ਦਵਾਈ ਦਵਾ ਕੇ ਉਹਨਾਂ ਨੇ ਪੁੱਛਿਆ ਕਿ ਕੰਮ ਕਰ ਕੀ ਕਰਨਾ ਚਾਹੁੰਦਾ। 3-4 ਉਹਨਾਂ ਨੇ ਮੈਨੂੰ ਦਿੱਤੀਆਂ ਕਿ ਸਬਜ਼ੀ ਦਾ ਕੰਮ ਖੋਲ੍ਹ ਕੇ ਦੇ ਦਿੰਦੇ ਆ। ਮੈਂ ਕਿਹਾ ਭਾਈ ਸਾਹਿਬ ਜੇ ਮੈਂ ਸਵੇਰੇ ਜਾਊਂਗਾ ਸਬਜ਼ੀ ਦੀ ਮਤਲਬ ਕਿ ਸਵੇਰੇ ਮੇਰੇ ਦਰਦ ਹੋਊਗਾ ਤੇ ਸਵੇਰੇ ਮੇਰੇ ਤੋਂ ਨਹੀਂ ਹੋਣਾ। ਭਾਈ ਸਾਹਿਬ ਕਹਿੰਦੇ 2-3 ਆਪਸ਼ਨਾਂ ਦੱਸੀਆਂ। ਮੈਂ ਫਿਰ 2-3 ਆਪਸ਼ਨਾਂ ਦੇ ਵਿੱਚੋਂ ਮੈਂ ਭਾਈ ਸਾਹਿਬ ਜੀ ਨੂੰ ਕਿਹਾ, ਮੈਂ ਆਪ ਹੀ ਕਿਹਾ ਕਿ ਮੈਂ ਭਾਈ ਸਾਹਿਬ ਜੀ ਮੈਨੂੰ ਚਾਹ ਦੀ ਰੇਹੜੀ ਲਾ ਦਿਓ। ਹਾਂਜੀ, ਕਿਉਂਕਿ ਮੈਂ ਸੋਚਿਆ ਕਿ ਚਾਹ ਦੇ ਵਿੱਚ ਜਿਹੜਾ ਆ ਕਿ ਚਾਹ ਦੀ ਰੇਹੜੀ ਲਾਊਂਗਾ ਤੇ ਇਹਨੇ ਨਾਲ ਚਲੋ ਮੇਰੀ ਉਹ ਹੋ ਜਾਣਾ ਹੈ ਨਾ ਜੀ। ਤੇ ਨਾ ਮੈਂ ਕਿਹਾ ਖਰਚਾ ਥੋੜ੍ਹਾ ਆ ਤੇ ਨਾ ਇਹਦੇ ਵਿੱਚ ਨਾ ਵਧੀਆ ਕੰਮ ਹੋ ਜਾਣਾ ਆ। ਅੱਛਾ, ਤਾਂ ਹੁਣ ਕਿੰਨਾ ਕੁ ਕਮਾ ਲੈਂਦੇ ਹੋ ਚਾਹ ਦੀ ਰੇਹੜੀ ਚੋਂ, ਜਿਵੇਂ ਤੁਹਾਨੂੰ ਜਿੰਨੇ ਕੁ ਹਫਤਾ ਹੋ ਗਿਆ ਜਾਂ 10 ਦਿਨ ਹੋ ਗਏ ਨੇ ਇੱਥੇ ਕੰਮ ਕਰਦੇ? ਵੈਸੇ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹਜੇ ਤੱਕ ਨਵਾਂ ਤੁਹਾਨੂੰ ਪਤਾ ਹੈ ਕੰਮ ਜਦੋਂ ਚਲਾਉਣਾ ਹੈ ਜੀ ਬਹੁਤ ਮਤਲਬ ਕਿ ਦਿੱਕਤਾਂ ਆਉਂਦੀਆਂ ਆ, ਤੇ ਚਲੋ ਥੋੜ੍ਹਾ ਮੋਟਾ ਨਿਕਲ ਜਾਂਦਾ ਹੈ ਜੀ ਖਰਚਾ, ਮਤਲਬ ਕਿ ਨਿਕਲ ਜਾਂਦਾ ਥੋੜ੍ਹਾ ਮੋਟਾ। ਹਾਂਜੀ, ਸੋ ਅਸੀਂ ਆਸ ਕਰਦੇ ਹਾਂ ਵੀ ਤੁਹਾਡੇ ਕੋਲ ਜਿਹੜੀਆਂ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਇੱਥੇ ਆਉਂਦੀਆਂ ਜਾਂਦੀਆਂ ਨੇ ਜ਼ਰੂਰ ਆਉਣ, ਔਰ ਜਿਹੜੇ ਕਿਰਤ ਕਰਨ ਵਾਲੇ ਨੌਜਵਾਨ ਹੈਗੇ ਆ ਉਹਨਾਂ ਦਾ ਜਿਹੜਾ ਆ ਉਹ ਹੱਥ ਫੜਨ, ਕਿਉਂਕਿ ਇੱਥੇ ਸਿਰਫ ਕਿਰਤ ਦੀ ਜ਼ਰੂਰਤ ਹੈ। ਔਰ ਕਿਰਤ ਤੁਸੀਂ ਬਿਲਕੁਲ ਜੀ, ਮੈਂ ਇੱਕ ਜਿਹੜੇ ਆਪਣੇ ਹੈਗੇ ਨਾ ਸਿੰਘ ਹੁੰਦੇ ਆ ਜੀ ਮੰਗਦੇ ਨੇ ਹੈ ਨਾ, ਮੈਂ ਉਹਨਾਂ ਨੂੰ ਮੈਂ ਆਪਣੇ ਵੱਲੋਂ ਮੈਂ ਉਹਨਾਂ ਨੂੰ ਦੇਣਾ ਚਾਹੂੰਗਾ ਕਿ ਮੈਂ ਇਹ ਕਹਿਣਾ ਕਿ ਤੁਸੀਂ ਯਾਰ ਆਪਣੀ ਕਿਰਤ ਕਰੋ, ਕਿਉਂਕਿ ਜੇ ਅੱਜ ਆਪਾਂ ਕਿਰਤ ਕਰਾਂਗੇ ਨਾ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਆ ਫਲਸਫਾ ਜਿਹੜਾ ਉਹ ਅੱਗੇ ਵਧੇਗਾ। ਤੇ ਜੇ ਅੱਜ ਆਪਾਂ ਕਿਰਤ ਨਾ ਕਰਾਂਗੇ, ਮੈਂ ਮੰਨ ਲਓ ਮੇਰੇ ਤੇ ਲਾ ਲਓ, ਜੇ ਮੈਂ ਜਾ ਕੇ ਪੈਸੇ ਮੰਗੂਗਾ ਉਹ ਚਲੋ ਮੇਰੇ ਸਾਹਮਣੇ ਨਹੀਂ ਕਹੂਗਾ, ਉਹ ਕਿਸੇ ਦੇ ਸਾਹਮਣੇ ਕਹੂਗਾ ਉਹ ਵੇਖ ਲਓ ਯਾਰ ਸਰਦਾਰ ਪੈਸੇ ਮੰਗ ਰਿਹਾ ਆ ਕਿ ਤੂੰ ਉਹਨਾਂ ਨੇ ਕਹਿਣਾ ਕਿ ਯਾਰ ਸਰਦਾਰ ਪੈਸੇ ਮੰਗਦੇ ਹੈਗੇ। ਚਲੋ ਮੰਨਿਆ ਕਿ ਆਪਾਂ ਵੀ ਬਹੁਤ ਜ਼ਿਆਦਾ ਜਿਹੜੇ ਬਹੁਤੇ ਜ਼ਿਆਦਾ ਲੋੜਵੰਦ ਹੁੰਦੇ ਆ ਉਹ ਮੰਗਦੇ, ਚਲੋ ਹੈਗੇ ਕਿ ਮੰਗਦੇ ਆ ਜਿਹੜੇ ਮਤਲਬ ਕਿ ਇੱਥੇ ਹੁੰਦੇ ਆ ਜਿਹਨਾਂ ਦੀ ਲਾਤਾਂ ਵਾਹਵਾਂ ਨਹੀਂ ਹੈਗੀਆਂ। ਮੈਂ ਵੈਸੇ ਉਹਨਾਂ ਨੂੰ ਵੀ ਦੱਸਣਾ ਚਾਹੂੰਗਾ ਕਿ ਛੋਟੀਆਂ ਮੋਟੀਆਂ ਕਿਰਤ ਹੈਗੀਆਂ ਉਹ ਵੀ ਕਰ ਸਕਦੇ ਆ ਜੀ। ਮੈਂ ਵੀ ਸੁਣਿਆ ਵੀ ਜਿੰਨਾ ਤੁਸੀਂ ਕਮਾਉਂਦੇ ਹੋ ਫਿਰ ਉਹ ਦੇਗ ਵੀ ਕਰਾ ਕੇ ਆਉਂਦੇ ਹੋ? ਹਾਂਜੀ, ਮੈਂ ਗੁਰੂ ਸਾਹਿਬ ਜੀ ਕਿਰਪਾ ਕਰ ਦਿੰਦੇ ਆ ਜੀ, ਤੇ ਉਹ ਫਿਰ ਸ਼ਾਮੀ ਜਾਈਦਾ ਜੀ ਤੇ ਦੇਗ ਵੀ ਕਰਵਾ ਕੇ ਆਈਦੀ ਹੈ ਜੀ। ਗੁਰੂ ਸਾਹਿਬ ਕਿਰਪਾ ਕਰ ਦਿੰਦੇ ਆ ਕਿ ਥੋੜ੍ਹੇ ਦਿਨਾਂ ਬਾਅਦ ਵੈਸੇ ਚਲੋ ਕਹਿਣਾ ਨਹੀਂ ਚਾਹੀਦਾ, ਮੈਂ ਥੋੜ੍ਹੇ ਦਿਨ ਹੋ ਗਏ ਦੁੱਧ ਵੀ ਸੀਗਾ ਜੀ ਕਿਰਤ ਕਮਾਈ ਦੇ ਵਿੱਚ, ਦੁੱਧ ਦਾ ਜਿਹੜਾ ਆਇਆ ਸੀਗਾ ਉਹ ਲੰਗਰ ਵੀ ਲਾਇਆ ਸੀਗਾ ਜੀ। ਅੱਛਾ ਜੀ, ਹਾਂਜੀ ਬਸ ਅਜੇ 5-6 ਦਿਨ ਹੋਏ ਆ ਜੀ। ਗੁਰੂ ਸਾਹਿਬ ਹੋਰ ਕਿਰਪਾ ਕਰ ਦੇਣ ਜੀ ਕਿ ਮੈਂ ਸੀਗੀ ਹਜੇ ਤੱਕ ਤਾਂ ਥੋੜ੍ਹੀ ਸੀਗੀ ਆਮਦਨ ਸੀਗੀ, ਗੁਰੂ ਸਾਹਿਬ ਕਿਰਪਾ ਕਰ ਦੇਣ ਕਿ ਹੋਰ ਵੀ ਵੱਡਾ ਜਿਹੜਾ ਲੰਗਰ ਲਾਉਣ ਦੀ, ਤੇ ਜਿਹੜਾ ਮੇਰੇ ਅੱਗੇ ਜਿਹੜੇ ਗੁਰਸਿੱਖ ਨੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ, ਮੈਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਉਹਨਾਂ ਨੂੰ ਮੈਂ ਕੰਮ ਖੋਲ੍ਹ ਕੇ ਦੇਵਾਂ, ਮੇਰੀ ਇਹੋ ਸੋਚ ਹੈ ਜੀ। ਬਹੁਤ ਵਧੀਆ ਸੋਚ ਹੈ। ਔਰ ਮੇਰਾ ਆਖਰੀ ਸਵਾਲ ਇਹੀ ਹੈ ਵੀ ਹੁਣ ਤੁਸੀਂ ਰਹਿੰਦੇ ਵੀ ਕਿੱਥੇ ਹੋ? ਵੈਸੇ ਭਾਈ ਸਾਹਿਬ ਜੀ ਨੇ ਮੈਨੂੰ ਰੂਮ ਲੈ ਕੇ ਦਿੱਤਾ ਸੀਗਾ ਜੀ, ਤੇ ਉਹਨਾਂ ਵੱਲੋਂ ਬਸ ਹੁਣ ਉੱਥੇ ਲੈ ਰਿਹਾ ਸੀਗਾ ਜੀ
ਹਾਂਜੀ ਰੈਂਟ ਤੇ ਰਹਿ ਰਿਹਾ ਵਾਂ ਤੇ ਹਾਂਜੀ ਫਿਲਹਾਲ ਰੈਂਟ ਤੇ ਰਹਿ ਰਿਹਾ ਜੀ। ਬਾਕੀ ਗੁਰੂ ਸਾਹਿਬ ਕਿਰਪਾ ਕਰਨ ਜੀ ਤੇ ਘਰ ਵੀ ਲਵਾਂਗੇ ਜੀ। ਬਾਕੀ ਚਲੋ ਮਿਹਨਤ ਤੇ ਯਕੀਨ ਰੱਖਦੇ ਇੰਨਾ ਵੱਡਾ ਗੁਰੂ ਰਾਮਦਾਸ ਜੀ ਦਾ ਹਨਾ ਘਰ ਹੈ। ਗੁਰੂ ਰਾਮਦਾਸ ਜੀ ਨੇ ਸਾਨੂੰ ਇਹ ਦੱਸਿਆ ਹੈ ਵੀ ਅਸੀਂ ਕਿਰਤ ਕਰਦੇ ਰਵਾਂਗੇ ਤਾਂ ਅਸੀਂ ਜ਼ਰੂਰ। ਬਿਲਕੁਲ ਜੀ, ਉਹੀ ਮੈਂ ਕਹਿ ਰਿਹਾ ਨਾ ਕਿ ਵੈਸੇ ਉਹ ਤਾਂ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਿ ਜਿਹੜਾ ਗੁਰੂ ਰਾਮਦਾਸ ਜੀ ਨੇ ਆਪਣੀ ਗੋਦੀ ਦੇ ਵਿੱਚ ਮੈਂ ਨਾ ਬਹੁਤ ਆਪਣੇ ਆਪ ਨੂੰ ਖੁਦਨਸੀਬ ਨਾਲ ਸਮਝਦਾ ਆ ਕਿ ਗੁਰੂ ਰਾਮਦਾਸ ਜੀ ਨੇ ਆਪਣੀ ਗੋਦੀ 'ਚ ਰੱਖਦੇ ਨੇ, ਮੈਨੂੰ ਕਿਤੇ ਜਾਣ ਨਹੀਂ ਦਿੰਦੇ। ਜਿੱਦਾਂ ਆਪਣਾ ਹੁੰਦਾ ਨਾ ਮਾਤਾ ਪਿਤਾ ਹੁੰਦਾ ਆ ਕਿ ਯਾਰ ਵੀ ਕਿਤੇ ਨਹੀਂ ਜਾਣਾ, ਤੁਸੀਂ ਵੀ ਮੇਰੀ ਗੋਦੀ ਦੇ ਵਿੱਚ ਬਿਠਾ ਕੇ ਰੱਖਦੇ ਨੇ, ਉੱਦਾਂ ਮੈਨੂੰ ਗੁਰੂ ਸਾਹਿਬ ਜੀ ਨੇ ਰੱਖਿਆ ਹੋਇਆ ਆ। ਨਾਮ ਬਾਣੀ ਪੜ੍ਹਨ ਵਾਲੇ ਸਿੰਘ ਹਨਾ ਤਾਂ ਫਿਰ ਗੁਰੂ ਰਾਮਦਾਸ ਜੀ ਉਹਨਾਂ ਨੂੰ ਬਹੁਤਾ ਪਿਆਰ ਕਰਦੇ। ਬਿਲਕੁਲ ਜੀ, ਬਹੁਤਾ ਜ਼ਿਆਦਾ ਪਿਆਰ ਕਰਦੇ। ਜਦੋਂ ਆਪਾਂ ਨਾਮ ਬਾਣੀ ਪੜ੍ਹਦੇ ਆ ਨਾ ਗੁਰੂ ਸਾਹਿਬ ਜੀ ਇੰਨਾ ਜ਼ਿਆਦਾ ਪ੍ਰੇਮ ਕਰਦੇ ਆ ਨਾ ਕਿ ਬਸ ਪੁੱਛੋ ਹੀ ਨਾ। ਹੁਣ ਇੰਨਾ ਜ਼ਿਆਦਾ ਕਿ ਬਹੁਤ ਜ਼ਿਆਦਾ ਮੈਂ ਬਹੁਤ ਜ਼ਿਆਦਾ ਫੀਲ ਕੀਤਾ ਹੋਇਆ ਉਹ ਚੀਜ਼, ਕਿਉਂਕਿ ਪਰਿਕਰਮਾ ਦੇ ਵਿੱਚ ਵੀ ਕਈ ਵਾਰੀ ਬੈਠੇ ਹੋਈਦਾ ਸੀ ਨਾ, ਬਹੁਤ ਜ਼ਿਆਦਾ ਆਪਣੇ ਆਪ ਤੇ ਫੀਲ ਹੁੰਦਾ ਸੀ ਕਿ ਗੁਰੂ ਰਾਮਦਾਸ ਜੀ ਦੇ ਮੈਂ ਗੋਦੀ 'ਚ ਬੈਠਾ ਹੋਇਆ ਆ। ਆਪਣੇ ਆਪ ਤੇ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਸੀਗਾ ਜੀ। ਸੋ ਇਸ ਵੀਰ ਦੇ ਵੱਲੋਂ ਜਿਹੜੀ ਇਹ ਚਾਹ ਦੇ ਲਈ ਕਿਰਤ ਜਿਹੜੀ ਇੱਥੇ ਖੋਲੀ ਗਈ ਹੈ, ਉਹਦੇ ਵਿੱਚ ਕੁਝ ਮਦਦ ਵੀ ਜਿਹੜੀ ਹੈ ਉਹ ਜਿਨ੍ਹਾਂ ਨੇ ਕੀਤੀ ਸੀ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਉਹਨਾਂ ਦੇ ਵੱਲੋਂ ਇਹ ਜਿਹੜਾ ਕੰਮ ਸ਼ਲਾਘਾਯੋਗ ਅਸੀਂ ਕਹਿ ਲਈਏ ਕਿ ਕਿਰਤ ਖੋਲ੍ਹਣ ਵਾਲਾ ਸੀਗਾ ਉਹ ਇਹਨਾਂ ਨੇ ਕੀਤਾ। ਸੋ ਇਹ ਖਾਲਸਾ ਕੜਕ ਚਾਹ, ਇਹ ਇਹਨਾਂ ਦਾ ਨੰਬਰ ਵੀ ਹੈਗਾ ਆ ਇਸ ਨੌਜਵਾਨ ਦਾ, ਔਰ ਇੱਥੇ ਕਿਰਤ ਖੋਲ ਕੇ ਜਿਹੜਾ ਹੈ ਇਹ ਕੰਮ ਕਰ ਰਹੇ ਨੇ। ਤੇ ਭਾਈ ਸਾਹਿਬ ਹੁਣਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਮੈਨੂੰ ਲੱਗਦਾ ਹੈ ਕਿ ਬੜਾ ਸ਼ਲਾਘਾਯੋਗ ਕੰਮ ਹੈਗਾ ਕਿ ਜਿਨ੍ਹਾਂ ਦਾ ਪਰਿਵਾਰਕ ਮੈਂਬਰ ਜਿਹੜੇ ਜੇ ਨਹੀਂ ਹੈਗੇ ਤਾਂ ਸਾਡੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਬੱਚਿਆਂ ਨੂੰ ਸੰਭਾਲਣਾ। ਤਾਂ ਇਹ ਨੌਜਵਾਨ ਜਿਹੜਾ ਹੈ ਵੈਸੇ ਵੀ ਅੰਮ੍ਰਿਤਧਾਰੀ ਵੀ ਹੈ, ਨਾਮ ਬਾਣੀ ਵਾਲਾ ਬੱਚਾ ਵੀ ਹੈ, ਤਾਂ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਵੀ ਕਿਰਤ ਖੋਲ ਕੇ ਦਿੱਤੀ ਹੈ ਜੀ। ਇਹ ਕਿੱਦਾਂ ਧਿਆਨ 'ਚ ਆਇਆ ਵੀ ਇਸ ਬੱਚੇ ਨੂੰ ਇਹੀ ਕਿਰਤ ਖੋਲ ਕੇ ਦੇਣੀ ਚਾਹੀਦੀ? ਦੇਖੋ ਜੀ, ਪਹਿਲੀ ਗੱਲ ਤੇ ਇਹ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ ਆ। ਮਤਲਬ ਕਰਨ ਵਾਲੇ ਅਸੀਂ ਨਹੀਂ, ਮਤਲਬ ਕਿ ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਸਭ ਕੁਝ ਕੀਤਾ ਵਾ। ਇਹ ਬੱਚਾ ਮੈਨੂੰ ਹਰਮੰਦਰ ਸਾਹਿਬ ਦੇ ਵਿੱਚ ਮਿਲਿਆ ਸੀ। ਇਹ ਨਾ ਅਕਸਰ ਸੇਵਾ ਕਰਦਾ ਰਹਿੰਦਾ ਸੀ। ਜਦੋਂ 328 ਸਰੂਪਾਂ ਦਾ ਮੋਰਚਾ ਲੱਗਾ ਸੀ ਤੇ ਉਦੋਂ ਇਸ ਬੱਚੇ ਦੇ ਨਾ ਲੱਕ ਤੇ ਸੱਟ ਲੱਗੀ ਸੀ, ਪਰ ਉਹਦੇ ਬਾਰੇ ਮੈਨੂੰ ਉਦੋਂ ਨਹੀਂ ਸੀ ਪਤਾ। ਇਹ ਅਚਾਨਕ ਮੈਨੂੰ ਚਾਹ ਦੀ ਦੁਕਾਨ ਤੇ ਮਿਲਿਆ ਸੀ, ਪਰਲੇ ਪਾਸੇ ਅਕਾਲ ਤਖਤ ਸਾਹਿਬ ਜੀ ਦੇ ਪਰਲੇ ਪਾਸੇ ਦੁਕਾਨ ਆ, ਉੱਥੇ ਮੈਂ ਬੈਠਾ ਸੀ ਤੇ ਮੈਂ ਇਹਨੂੰ ਪੁੱਛਿਆ, ਇਹਨੇ ਮੈਨੂੰ ਦੱਸਿਆ ਕਿ ਭਾਈ ਸਾਹਿਬ ਮੈਨੂੰ ਨਾ ਮੇਰੇ ਲੱਕ ਤੇ ਸੱਟ ਲੱਗੀ ਉਦੋਂ 328 ਸਰੂਪਾਂ ਦਾ ਜਦੋਂ ਮੋਰਚਾ ਲੱਗਾ ਸੀ, ਜਦੋਂ ਚੁਕਾਇਆ ਗਿਆ ਸੀ ਇਧਰੋਂ ਸ਼੍ਰੋਮਣੀ ਕਮੇਟੀ ਵੱਲੋਂ। ਜ਼ਿਆਦਾ ਸੱਟਾਂ ਵੀ ਲੱਗੀਆਂ ਸੀ, ਸੱਟਾਂ ਕਾਫੀ ਸਿੰਘਾਂ ਨੂੰ ਲੱਗੀਆਂ ਸੀ। ਤੇ ਉਸ ਤੋਂ ਬਾਅਦ ਨਾ ਮੈਂ ਇਹਨੂੰ ਉਦੋਂ ਥੋੜਾ ਬਹੁਤਾ ਪੁੱਛਿਆ, ਮੈਂ ਕਿਹਾ ਕੰਮ ਕਰ ਕੀ ਕਰਦਾ ਵਾਂ? ਇਹ ਮੈਨੂੰ ਕਹਿੰਦਾ ਕਿ ਬਾਬਾ ਜੀ ਕੰਮ ਨਹੀਂ ਮੈਂ ਕੋਈ ਕਰਦਾ, ਇਦਾਂ ਹੀ ਆ। ਤੇ ਇਹਨੇ ਉਦੋਂ ਹੀ ਨਾਲ ਹੀ ਮੈਨੂੰ ਇਹ ਵੀ ਦੱਸਿਆ ਕਿ ਮੇਰੇ ਮਾਤਾ ਪਿਤਾ ਨਹੀਂ ਹੈਗੇ, ਮੈਂ ਮੁਕਤਸਰ ਸਾਹਿਬ ਤੋਂ ਆ। ਉਸ ਤੋਂ ਬਾਅਦ ਦੇ ਵਿੱਚ ਫਿਰ 10 ਕੁ ਦਿਨ ਬਾਅਦ ਦੇ ਵਿੱਚ ਮੈਂ ਨਾ ਜੋੜੇ ਘਰ ਤੋਂ ਸੇਵਾ ਕਰਕੇ ਬਾਹਰ ਨਿਕਲਿਆ। ਸ਼ਾਮ ਦਾ ਟਾਈਮ ਸੀ ਉਦੋਂ, ਤੇ ਪਹਿਲੋਂ ਅੰਮ੍ਰਿਤ ਵੇਲੇ ਮਿਲਿਆ, ਸ਼ਾਮ ਦਾ ਟਾਈਮ ਸੀ। ਤੇ ਮੈਂ ਇਹਨੂੰ ਅਚਾਨਕ ਰਾਹ ਦੇ ਵਿੱਚ ਖਲੋਤਾ ਸੀ ਤੇ ਮੈਂ ਕਿਹਾ, ਹਾਂ ਸਿੰਘਾ ਕਿੱਦਾਂ ਕਿਰਤ ਸ਼ੁਰੂ ਕੀਤੀ ਕਿ ਨਹੀਂ? ਕਹਿੰਦਾ ਨਹੀਂ ਬਾਬਾ ਜੀ ਅਜੇ ਕਿਰਤ ਨਹੀਂ ਕੀਤੀ ਸ਼ੁਰੂ। ਤੇ ਫੀਵਰ ਹੀ ਇਹਨੂੰ ਉਦੋਂ ਮੈਡੀਸਨ ਲੈ ਕੇ ਦਿੱਤੀ। ਤੇ ਫਿਰ ਮੈਂ ਇਹਨੂੰ ਮਤਲਬ ਕਿ ਇਹਨੂੰ ਮੈਂ ਕਿਹਾ ਕਿ ਇਹਨੇ ਮਤਲਬ ਪਹਿਲਾਂ ਮੈਂ ਸੋਚਿਆ ਕਿ ਇਹਨੂੰ 500 ਰੁਪਈਆ ਜਾਂ 1000 ਰੁਪਈਆ ਜਾਂ ਕੁਛ ਇਹਨੂੰ ਵਸਤਰ ਲੈ ਦਾਂ, ਠੀਕ ਹੈ। ਤੇ ਪਰ ਫਿਰ ਮੈਂ ਸੋਚਿਆ ਕਿ ਜੇ ਮੈਂ ਅੱਜ 500 ਦੀ ਹੈਲਪ ਕੀਤੀ, ਕੱਲ ਕੌਣ ਕਰੂਗਾ, ਪਰਸੋਂ ਕੌਣ ਕਰੇਗਾ? ਇਹ ਚੀਜ਼ ਦੇ ਨਾਲ ਇਹਨੇ ਮੰਗ ਖਾਣਾ ਬਣ ਜਾਣਾ ਵਾ। ਕੋਈ ਵੀ ਬੱਚਾ ਮੰਨ ਲਓ ਕੋਈ ਕਿਰਤ ਨਹੀਂ ਕਰਦਾ, ਉਹਨੂੰ ਆਪਾਂ 500 ਦੇਵਾਂਗੇ, 500 5-6 ਦਿਨ ਚੱਲਣਾ ਵਾ, ਉਸ ਤੋਂ ਬਾਅਦ ਵਿੱਚ ਪੈਸੇ ਖਤਮ ਹੋ ਜਾਣੇ ਤੇ ਬੱਚਾ ਕੀ ਕਰੂਗਾ? ਤੇ ਫਿਰ ਸਤਿਗੁਰ ਨੇ ਇਦਾਂ ਕਿਰਪਾ ਕੀਤੀ ਆ। ਤੇ ਇਹ ਬੱਚਾ ਕਹਿੰਦਾ ਮੈਂ ਕੋਈ ਕੰਮ ਕਰਨਾ ਚਾਹੁੰਦਾ ਵਾ। ਮੈਨੂੰ 3-4 ਆਪਸ਼ਨਾਂ ਦੱਸੀਆਂ। ਮੈਂ ਕਿਹਾ ਆਪਾਂ ਕਰੀਏ, ਤੈਨੂੰ ਸਬਜ਼ੀ ਦਾ ਕੰਮ ਖੋਲ ਦੇਣੇ ਛੋਟਾ ਜਿਹਾ। ਕਹਿੰਦਾ ਮੈਂ ਮੰਡੀ ਜਾਊਂਗਾ, ਮੇਰੇ ਲੱਕ ਤੇ ਹਜੇ ਵੀ ਪੇਨ ਹੁੰਦੀ ਆ ਤੇ ਭਾਈ ਸਾਹਿਬ ਮੈਂ ਸਬਜ਼ੀ ਦਾ ਕੰਮ ਨਹੀਂ ਕਰ ਸਕਦਾ, ਸਬਜ਼ੀ ਦਾ ਜਾਂ ਫਰੂਟ ਦਾ ਕੰਮ ਮੈਂ ਭਾਰਾ ਕੰਮ ਨਹੀਂ ਕਰ ਸਕਦਾ। ਫਿਰ ਇਹਨੇ ਖੁਦ ਹੀ ਮੈਨੂੰ ਕਿਹਾ ਕਿ ਆਪਾਂ ਚਾਹ ਦਾ ਮੈਂ ਕੰਮ ਕਰਨਾ ਚਾਹੁੰਦਾ ਵਾਂ। ਫਿਰ 3-4 ਦਿਨ ਮੈਂ ਇਹਦੇ ਨਾਲ ਘੁੰਮਦਾ ਰਿਹਾ, ਇਹ ਮੈਨੂੰ ਫੋਨ ਕਰਦਾ ਰਿਹਾ, ਮੈਂ ਇੱਥੇ ਆਉਂਦਾ ਰਿਹਾ, ਇੱਥੇ ਮਤਲਬ ਕਰਾਊਡ ਵਿੱਚ ਵਹਿੰਦਾ ਰਿਹਾ ਕਿੱਥੇ ਆਪਾਂ ਅੱਡਾ ਲਾਉਣਾ। ਇਹਨੇ ਮੈਨੂੰ ਕਿਹਾ ਕਿ ਇੱਥੇ ਅੱਡਾ ਲਾਉਣਾ, ਇਹ ਜਗ੍ਹਾ ਇਹਨੇ ਸਿਲੈਕਟ ਕੀਤੀ। ਉਸ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਇਹਨੂੰ ਸਮਾਨ ਲੈ ਦਿੱਤਾ ਵਾ। ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਸਭ ਕੁਝ ਕੀਤਾ ਵਾ। ਤੇ ਬਾਕੀ ਇਹ ਹੁਣ ਚਾਹੁੰਦੇ ਤੁਸੀਂ ਇਹ ਜਗ੍ਹਾ ਜ਼ਰੂਰ ਦੱਸ ਦਿਓ ਵੀ ਸੰਗਤ ਨੂੰ ਜ਼ਰੂਰ ਪਤਾ ਲੱਗ ਜੇ, ਜਿਹੜੀ ਦੂਰ ਨੇੜੇ ਤੋਂ ਇਸ ਨੂੰ ਦੇਖੇਗੀ ਵੀ ਇਹ ਕਿੱਥੇ ਇੱਕ ਨੌਜਵਾਨ ਦੇ ਵੱਲੋਂ ਇਹ ਆਪਣੀ ਕਿਰਤ ਦੇ ਲਈ ਖੋਲਿਆ ਗਿਆ ਆ ਚਾਹ, ਜਿੱਥੇ ਇਹ ਛਕਾਉਂਦੇ ਨੇ। ਮੈਨੂੰ ਲੱਗਦਾ ਹੈ ਵੀ ਇਹ ਤੁਸੀਂ ਹਾਂਜੀ, ਇਹ ਘੰਟਾ ਘਰ ਵਾਲੀ ਸਾਈਡ ਤੇ ਜੋੜੇ ਘਰ ਆ। ਜੋੜੇ ਘਰ ਦੇ ਨਾਲ ਇੱਕ ਛੋਟੀ ਜੀ ਛਬੀਲ ਲੱਗਦੀ ਆ, ਉਹਦੇ ਨਾਲ ਹੀ ਜਿਹੜੀ ਗ੍ਰਿਲਾਂ ਵਾ, ਗ੍ਰਿਲ ਦੇ ਨਾਲ ਹੀ ਇਹ ਲਗਾਉਂਦਾ ਰੇੜੀ। ਬਿਲਕੁਲ ਜਿਹੜੀ ਲੰਗਰ ਹਾਲ ਨੂੰ ਹਾਂ, ਲੰਗਰ ਹਾਲ ਨੂੰ ਜਿਹੜਾ ਬਾਹਰ ਨੂੰ ਰਸਤਾ ਜਾਂਦਾ, ਗ੍ਰਿਲ ਦੇ ਨਾਲ ਹੀ ਆ ਬਿਲਕੁਲ।
ਤੇ ਖਾਲਸਾ ਕੜਕ ਚਾਹ। ਬਾਕੀ ਇਹ ਬੱਚਾ ਚਾਹ ਬਹੁਤ ਵਧੀਆ ਬਣਾਉਂਦਾ ਵਾ। ਮੈਂ ਪੂਰੀ ਸਾਧ ਸੰਗਤ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਬੱਚੇ ਦੇ ਹੌਸਲੇ ਵਾਸਤੇ, ਇਹਦੀ ਹੌਸਲਾ ਅਫਜ਼ਾਈ ਲਈ ਇਹਦੇ ਕੋਲ ਚਾਹ ਜ਼ਰੂਰ ਪੀਓ। ਬਹੁਤ ਵਧੀਆ ਚਾਹ ਬਣਾਉਂਦਾ, ਸਾਫ਼ ਸਫਾਈ ਦਾ ਧਿਆਨ ਰੱਖਦਾ ਵਾ। ਬਰਤਨ ਜਿਵੇਂ ਦੇ ਚਾਹੀਦੇ, ਪਿੱਤਲ ਦਾ ਪਤੀਲਾ ਚਾਹੀਦਾ, ਹਰ ਕੋਈ ਚੀਜ਼ ਇਹਦੇ ਕੋਲ ਵਧੀਆ ਚੀਜ਼ ਵਾ। ਤੇ ਇਹਦੀ ਇੰਨੀ ਹੈਲਪ ਕਰਿਓ। ਬੱਚਾ ਕਿਸੇ ਤੋਂ ਦਾਨ ਨਹੀਂ ਮੰਗ ਰਿਹਾ, ਸਿਰਫ ਇੰਨਾ ਕਹਿ ਰਿਹਾ ਕਿ ਮੇਰੇ ਤੋਂ ਆ ਕੇ ਚਾਹ ਜ਼ਰੂਰ ਛਕੋ। ਹਾਂਜੀ ਹਾਂਜੀ। ਸੋ ਇੱਕ ਸੁਚਮਤਾ, ਇੱਕ ਬਾਣੀ ਇੱਥੇ ਪਈ ਹੋਈ ਹੈ ਚਾਹ ਦੇ ਵਿੱਚ। ਅਸੀਂ ਦੇਖਿਆ ਵੀ ਜਦੋਂ ਚਾਹ ਬਣਾ ਰਿਹਾ ਨੌਜਵਾਨ ਤਾਂ ਉਹ ਨਾਲ ਦੀ ਨਾਲ ਬਾਣੀ ਪੜ੍ਹ ਰਿਹਾ ਵਾ। ਔਰ ਦੂਜਾ ਇਹਦਾ ਜੀਵਨ ਬਹੁਤ ਉੱਚਾ ਬੱਚੇ ਦਾ, ਕਿਉਂਕਿ ਅਸੀਂ ਇਹਨੂੰ ਸੇਵਾ ਕਰਦੇ ਵੇਖਿਆ ਨਾ। ਇਹ ਗੁਰੂ ਸਾਹਿਬ ਨੇ ਕਿਰਪਾ ਵੀ ਇਹਦੇ ਤੇ ਤਦ ਕੀਤੀ ਆ। ਤੇ ਅਸੀਂ ਵੀ ਇਹ ਚਾਹੁੰਦੇ ਆ, ਜਾਂ ਹਰ ਕੋਈ ਗੁਰਸਿੱਖ ਚਾਹੁੰਦਾ ਵਾ ਕਿ ਸਾਡੇ ਬੱਚੇ ਜਿਹੜੇ ਬਾਣੀ ਨਾਲ ਜੁੜੇ ਆ, ਉਹਨਾਂ ਨੂੰ ਆਪਾਂ ਜੇ ਉਹਨਾਂ ਦੀ ਹੈਲਪ ਕਰਨੀ ਆ, ਆਪਾਂ ਉਹਨਾਂ ਨੂੰ 200-400 500 ਰੁਪਏ ਦੇ ਕੇ, ਲੋੜਵੰਦ ਜੇ ਕੋਈ ਵੀਰ ਵਾ ਮੇਰਾ, ਉਹਨੂੰ 200-400 500 ਰੁਪਏ ਦੇ ਕੇ ਮੰਗ ਖਾਣਾ ਨਾ ਬਣਾਈਏ। ਆਪਾਂ ਇਹਨਾਂ ਨੂੰ ਛੋਟੀ ਛੋਟੀ ਕਿਰਤ ਖੋਲ ਕੇ ਦਈਏ। ਅੱਜ ਆਪਾਂ ਵੇਖੀਏ ਕਿ ਇੱਥੇ ਯੂਪੀ ਬਿਹਾਰ ਦੇ ਲੋਕ ਆ ਕੇ ਇੱਥੇ ਰੇਹੜੀਆਂ ਲਾਉਣ ਡਏ ਆ ਤੇ ਚੰਗੇ ਪੈਸੇ ਕਮਾਉਣ ਡਏ ਆ। ਕਿਰਤ ਕਦੀ ਵੀ ਕੋਈ ਛੋਟੀ ਨਹੀਂ ਹੁੰਦੀ। ਇਸ ਕਰਕੇ ਆਪਾਂ ਇਹਨਾਂ ਬੱਚਿਆਂ ਨੂੰ ਪ੍ਰਮੋਟ ਕਰੀਏ। ਜਿਹੜੇ ਬਾਣੇ ਦੇ ਪੱਕੇ ਆ, ਇਹਨਾਂ ਨੂੰ ਕਹੀਏ, ਇਹਨਾਂ ਨੂੰ ਉੱਦਾਂ ਦਾਨ ਨਾ ਦਈਏ। ਇਹਨਾਂ ਨੂੰ ਕਹੀਏ ਛੋਟੀ ਛੋਟੀ ਕਿਰਤ ਕਰ ਲਾ, ਕੋਈ ਚਾਹ ਦਾ ਕੰਮ ਖੋਲ ਲਾ, ਫਰੂਟ ਦਾ ਕੰਮ ਖੋਲ ਲਾ, ਸਬਜ਼ੀ ਦਾ ਕੰਮ ਖੋਲ ਲਾ। ਇਦਾਂ ਛੋਟੇ ਨਿੱਕੇ ਫਾਸਟ ਫੂਡ ਦਾ ਇੱਕ ਵਾਰ 4-5 ਹਜ਼ਾਰ ਰੁਪਏ ਦੇ ਵਿੱਚ ਜਾਂ 10,000 ਦੇ ਵਿੱਚ ਕਿਰਤ ਖੋਲ ਕੇ ਦਿੱਤੀ ਬਿਲਕੁਲ ਦਿੱਤੀ ਜਾ ਸਕਦੀ ਆ। ਇੱਕ ਆਮ ਮਿਡਲ ਕਲਾਸ ਬੰਦਾ ਮੇਰੇ ਵਰਗਾ, ਮਤਲਬ ਆਪਾਂ ਇੱਕ ਗੁਰਸਿੱਖ ਬੱਚੇ ਦੀ ਮਾਂ ਫੜ ਲੇ, ਆਪਾਂ ਗੁਰਦੁਆਰੇ ਨੂੰ ਦਾਨ ਦਿੰਦੇ, ਆਪਾਂ ਲੰਗਰਾਂ ਤੇ ਜ਼ੋਰ ਲਾ ਦਿੰਦੇ ਆਪਣੇ ਆਪ ਨੂੰ ਪ੍ਰਮੋਟ ਕਰਨ ਦੇ ਲਈ। ਠੀਕ ਹੈ ਨਾ। ਆਪਾਂ ਪ੍ਰਾਈਵੇਟ ਲੰਗਰ ਲਾਉਣੇ, ਲੰਗਰ ਤੇ ਗੁਰੂ ਰਾਮਦਾਸ ਜੀ ਦੇ ਘਰ ਚੱਲਣ ਡਏ ਆ। ਠੀਕ ਹੈ। ਲੰਗਰ ਦੇ ਵਿੱਚ ਆਪਾਂ ਇੱਥੇ ਲੈਣਾ ਨਹੀਂ ਲਾਉਣੀਆਂ, ਆਪਾਂ ਗੁਰਸਿੱਖ ਬੱਚੇ ਲੱਭਣੇ ਇਦਾਂ ਦੇ ਤੇ ਉਹਨਾਂ ਨੂੰ ਕਿਰਤ ਖੋਲ ਕੇ ਦਈਏ ਤਾਂ ਕਿ ਕਿਰਤੀ ਬਣ, ਉਹ ਵੀ ਦਸਵੰਧ ਕੱਢਣ, ਗੁਰੂ ਘਰ ਚੜਾਉਣ ਤੇ ਕਿਸੇ ਲੋੜਵੰਦ ਦੀ ਹੈਲਪ ਕਰਨ। ਇਹ ਫਲਸਫਾ ਆਪਾਂ ਅੱਗੇ ਲੈ ਕੇ ਜਾਈਏ। ਧੰਨਵਾਦ ਜੀ। ਸੋ ਸਾਡੀ ਵੀ ਇਹੀ ਤਮੰਨਾ ਹੈ ਵੀ ਇਸ ਨੌਜਵਾਨ ਦਾ ਸਾਥ ਅਸੀਂ ਇਦਾਂ ਹੀ ਦੇ ਸਕਦੇ ਹਾਂ ਵੀ ਇੱਥੇ ਵੱਧ ਤੋਂ ਵੱਧ ਜਿਹੜੀਆਂ ਸੰਗਤਾਂ ਜਾਂ ਲੋਕ ਇੱਥੇ ਆ ਕੇ ਇਸ ਵੀਰ ਦੇ ਕੋਲੋਂ ਚਾਹ ਛਕਣ ਤੇ ਉਹਦੀ ਕਿਰਤ ਦੇ ਵਿੱਚ ਹਿੱਸਾ ਜਿਹੜਾ ਆ ਉਹ ਜ਼ਰੂਰ ਪਾਉਣ।